ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਾਂ ਬਲਿਹਾਰੀ ਸਤਿਗੁਰ ਚਰਨ। ਦਰਸ਼ਨ ਪਿਆਸੀ ਦਿਨ ਰਾਤ, ਚਿਤਵੋ ਅੰਦਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਮਹੱਲਾ ਪਹਿਲਾ। ਸਿਰ ਖੁਹਾਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਫੋਲ ਫਦੀਹਤ ਮੋਹ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਸਿਰ ਖੁਆਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਫੋਲ ਫਦੀਹਤ ਮੋਹ ਲੈਣ ਪੜਾਸਾ, ਪਾਣੀ ਦੇਖ ਸਗਾਹੀ। ਭੇਡਾਂ ਵਾਂਗੀ ਸਿਰ ਖੁਆਏ ਨ, ਭਰੀਨ ਹੱਥ ਸੁਆਹੀ। ਮਾਊ ਪੀਊ ਕਿਰਤ ਗਵਾਇਨ, ਟੱਬਰ ਰੋਵਨ ਤਾਹੀ। ਮਾਊ ਪੀਊ ਕਿਰਤ ਗਵਾਇਨ, ਟੱਬਰ ਰੋਵਨ ਤਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਕਥਾ ਮੁਤਾਬਕ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਜੋ ਅੱਜ ਆਪ ਜੀ ਨੇ ਸ਼ਬਦ ਸਰਵਣ ਕੀਤਾ, ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਉਥਾਨਕਾਂ ਮੁਤਾਬਕ ਇਹ ਸ਼ਬਦ ਦੇ ਵਿੱਚ ਜੈਨ ਮਤ ਬਾਰੇ, ਜੈਨੀਆਂ ਬਾਰੇ, ਸਰੇਵੜਿਆਂ ਬਾਰੇ ਪਾਤਸ਼ਾਹ ਨੇ ਕੁਝ ਬਖਸ਼ਿਸ਼ ਕੀਤੇ ਨੇ ਬਚਨ। ਔਰ ਇਹ ਸ਼ਬਦ ਦੀ ਪਹਿਲਾਂ ਉਥਾਨਕਾ ਜਾਣੀਏ ਵੀ ਇਹ ਸ਼ਬਦ ਕਦੋਂ ਕਿੱਥੇ ਉਚਾਰਨ ਹੋਇਆ, ਕਿਵੇਂ ਹੋਇਆ। ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ 149 ਅੰਗ ਉੱਪਰ ਸੁਭਾਏਮਾਨ ਹੈ ਤੇ ਉਹਨਾਂ ਜੈਨੀਆਂ ਦੀ ਕਿਰਿਆ ਦੱਸਦੇ ਹਨ ਕਿ ਉਹਨਾਂ ਦਾ ਜਿਹੜਾ ਜੀਵਨ ਦਾ ਕਿਰਿਆ ਕਰਮ ਹੈ ਉਹ ਕੈਸਾ ਹੈ। ਪਹਿਲਾਂ ਤਾਂ ਸਿਰ ਖੁਆਏ ਪੀਐ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਇਹ ਐਸੇ ਲੋਕ ਹਨ ਭਾਈ ਮਰਦਾਨਿਆਂ, ਸਿਰ ਦੇ ਬਾਲ ਪਟਾਉਂਦੇ ਹੈ, ਬਾਲ ਪੱਟਣ ਵਾਸਤੇ ਹੱਥ ਕੂਲੇ ਹੋ ਜਾਂਦੇ ਆ ਤੇ ਇਸ ਕਰਕੇ ਵਾਰ-ਵਾਰ ਸਵਾਹ ਮਲਦੇ ਆ, ਉਂਗਲਾਂ ਨੂੰ ਸਵਾਹ ਮਲ ਮਲ ਕੇ ਬਾਲ ਪੱਟਦੇ ਆ। ਮਲਵਾਣੀ ਭਾਵ
ਗੰਦਾ ਹੀ ਪੀਂਦੇ ਆ, ਜੂਠਾ ਖਾਂਦੇ ਆ, ਫੋਲ ਫਦੀਹਤ ਮੋਇ ਲੈਣ ਪੜਾਸਾ, ਬਾਹਰ ਜਾਂਦੇ ਆ, ਆਪਣੀ ਉਸ ਮੈਲ ਨੂੰ ਵੀ ਫਰੋਲ ਕੇ ਆਉਂਦੇ ਆ, ਉਹਦੀ ਪੜਾਸ ਲੈਂਦੇ ਆ। ਪਾਣੀ ਦੇਖ ਸਗਾਹੀ, ਪਾਣੀ ਦੇ ਤਾਂ ਨੇੜੇ ਹੀ ਨਹੀਂ ਜਾਂਦੇ, ਇਹ ਨਹਾਉਂਦੇ ਨਹੀਂ ਗਏ। ਕਿਉਂ? ਕਿਉਂਕਿ ਇਹਨਾਂ ਦੇ ਦਿਮਾਗ ਵਿੱਚ ਇੱਕੋ ਹੀ ਗੱਲ ਭਰ ਦਿੱਤੀ ਬਈ ਜੀਵ ਹੱਤਿਆ ਨਹੀਂ ਕਰਨੀ। ਜੇ ਨਹਾਵਾਂਗੇ ਤਾਂ ਜੀਵ ਹੱਤਿਆ ਹੋਊ, ਜੇ ਬਾਹਰ ਜਾਵਾਂਗੇ ਕਿਤੇ ਸਾਡੀ ਉਸ ਮੈਲ ਵਿੱਚ ਜੀਵ ਨਾ ਪੈਦਾ ਹੋ ਕੇ ਮਰ ਜਾਣ, ਉਹਨੂੰ ਵੀ ਫਰੋਲੇ ਆਉਂਦੇ ਆ। ਸਿਰ ਦੇ ਵਾਲ ਇਸ ਕਰਕੇ ਪਟਾਉਂਦੇ ਆ, ਭੇਡਾਂ ਬਾਂਗੀ ਸਿਰ ਖੋਹਾਇਨ ਭਰੀਨ ਹੱਥ ਸੁਹਾਹੀ। ਜਿਵੇਂ ਭੇਡਾਂ ਦਾ ਮੁੰਨੀਆਂ ਜਾਂਦੀਆਂ, ਇਹ ਉਸੇ ਤਰ੍ਹਾਂ ਆਪਣੇ ਵਾਲ ਸਾਰੇ ਪਟਾਉਂਦੇ ਆ ਸਰੀਰ ਤੋਂ, ਸਿਰ ਤੋਂ, ਕਿਤੇ ਜੂਆਂ ਨਾ ਪੈ ਜਾਣ, ਫਿਰ ਉਹ ਮਰਨਗੀਆਂ, ਪਾਪ ਹੋ ਜਾਊਗਾ। ਇਹ ਗੱਲ ਕਦੋਂ ਬਣੀ? ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਯਾਤਰਾ ਦੌਰਾਨ, ਇੱਕ ਦੇਸ਼ ਹੈ ਮੁਨਾਫਿਕ ਦੇਸ਼ ਦੇ ਇੱਕ ਨਗਰ ਵਿੱਚ ਜਾਂਦੇ ਆ। ਉੱਥੋਂ ਦੇ ਸਾਰੇ ਲੋਕ ਤੇ ਉੱਥੋਂ ਦਾ ਰਾਜਾ, ਇਹ ਸਾਰੇ ਜੈਨੀਆਂ ਦੇ ਹੀ ਚੇਲੇ ਸਨ ਤੇ ਇਹਨਾਂ ਦੇ ਇਲਾਕਿਆਂ ਵਿੱਚ ਜੈਨੀਆਂ ਦੇ ਡੇਰੇ ਵੀ ਸਨ। ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਉੱਥੇ ਗਏ ਤੇ ਉਹਨਾਂ ਦਿਨਾਂ ਵਿੱਚ ਔੜ ਲੱਗੀ ਹੋਈ ਸੀ, ਮੀਂਹ ਨਹੀਂ ਸੀ ਪਿਆ। ਜਦ ਮੀਂਹ ਨਾ ਪਿਆ, ਬੜਾ ਇਹਨਾਂ ਨੇ, ਗੁਰੂ ਨੇ, ਜੈਨੀ ਨੇ ਜ਼ੋਰ ਲਾਇਆ, ਜੰਤਰ ਮੰਤਰ ਪੜ੍ਹੇ, ਮੀਂਹ ਨਾ ਪਿਆ। ਕੁਦਰਤੀ ਧੰਨ ਗੁਰੂ ਨਾਨਕ ਦੇਵ ਜੀ ਉਸ ਇਲਾਕੇ ਵਿੱਚ ਚਲੇ ਗਏ, ਖੇਤਾਂ 'ਚ ਬੈਠੇ ਆ। ਤੇ ਸ਼ਾਮਾਂ ਨੂੰ ਖੇਤਾਂ ਦਾ ਜਿਹੜਾ ਮਾਲਕ ਸੀ, ਜਿਹੜੇ ਖੇਤ ਦਾ ਉਹ ਮਾਲਕ ਸੀ, ਉਹ ਆਇਆ। ਉਦਾਸ ਹੈ, ਢਿੱਲਾ ਜਿਹਾ ਮੂੰਹ ਹੈ, ਖੇਤ ਵਿੱਚ ਫਸਲ ਕੋਈ ਨਹੀਂ, ਪਾਣੀ ਤੋਂ ਬਗੈਰ ਫਸਲ ਕਿੱਥੋਂ ਹੋਵੇ? ਮੀਂਹ ਨਹੀਂ ਪਿਆ, ਨਹਿਰਾਂ ਦਾ ਉਸ ਇਲਾਕੇ ਵਿੱਚ ਇੰਤਜ਼ਾਮ ਨਹੀਂ ਹੋਣਾ। ਤੇ ਪਾਤਸ਼ਾਹ ਜੀ ਨੇ ਬੈਠੇ ਬੈਠੇ ਜਦੋਂ ਆ ਕੇ ਉਹਨੇ ਨਮਸਕਾਰ ਕੀਤੀ, ਸਾਧੂ ਜਾਣ ਕੇ, ਪਾਤਸ਼ਾਹ ਕਹਿੰਦੇ ਆ ਭਾਈ ਕਿਵੇਂ ਢਿੱਲਾ ਜਿਹਾ ਲੱਗਦਾ? ਕਹਿੰਦਾ ਮਹਾਰਾਜ ਕਾਹਦੇ ਢਿੱਲੇ ਆ, ਮੀਂਹ ਨਹੀਂ ਪੈਂਦਾ, ਔੜ ਲੱਗ ਗਈ। ਜਦ ਫਸਲਾਂ ਨਹੀਂ ਹੋਣਗੀਆਂ ਤੇ ਪਸ਼ੂ ਮਰਨਗੇ, ਅਸੀਂ ਮਰਾਂਗੇ ਸਾਰੇ। ਫਸਲਾਂ ਦੇ ਸਿਰ ਤੇ ਹੀ ਜੀਵਨ ਹੈ, ਪਾਣੀ ਦੇ ਸਿਰ ਤੇ ਜੀਵਨ ਹੈ। ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਪਹਿਲਾਂ ਕਿਵੇਂ ਪੈਂਦਾ ਸੀਗਾ ਜੇ ਐਤਕੀ ਪਿਆ ਨਹੀਂ? ਕਹਿੰਦੇ ਜੀ ਪਹਿਲਾਂ ਸਾਡੇ ਸਰੇਵੜੇ ਜੈਨੀ ਰਹਿੰਦੇ ਆ ਇੱਥੇ। ਜਿਹੜਾ ਇਸ ਇਲਾਕੇ ਦਾ ਜੈਨੀ ਗੁਰੂ ਹੈ, ਉਹ ਆਪਣੇ ਜੰਤਰ ਮੰਤਰ ਪੜ੍ਹਦਾ ਸੀ ਤੇ ਮੀਂਹ ਪੈ ਜਾਂਦਾ ਸੀਗਾ। ਤੇ ਐਤਕੀ ਪਿਆ ਹੀ ਨਹੀਂਗਾ, 6 ਮਹੀਨੇ ਹੋ ਗਏ। ਬੜਾ ਜ਼ੋਰ ਲਾਇਆ ਉਹਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਫਿਰ ਕਰਤਾਰ ਨੂੰ ਕਹੋ। ਹੁਣ ਉਹਨਾਂ ਲੋਕਾਂ ਨੂੰ ਰੱਬ ਦੇ ਬਾਰੇ ਕੋਈ ਜਾਣਕਾਰੀ ਹੋਈ ਨਹੀਂ ਸੀਗੀ। ਪਾਤਸ਼ਾਹ ਜੀ ਸਹਿਜ ਸੁਭਾਅ ਕਹਿੰਦੇ ਕਰਤਾਰ ਨੂੰ ਕਹੋ। ਉਹ ਜ਼ਿਮੀਂਦਾਰ ਕਹਿੰਦਾ ਜੀ ਕਰਤਾਰ ਕੌਣ ਹੈ? ਸੋਚਿਆ ਉਹ ਵੀ ਕੋਈ ਜੈਨੀਆਂ ਵਰਗਾ ਹੀ ਹੋਣਾ, ਕਿਤੋਂ ਦਾ ਇਲਾਕੇ ਦਾ ਮੁਖੀ। ਪਾਤਸ਼ਾਹ ਕਹਿੰਦੇ ਕਰਤਾਰ ਤਾਂ ਕੁਦਰਤ ਵਿੱਚ ਵਸਿਆ, ਕੁਦਰਤ ਦੇ ਵਿੱਚੋਂ ਵੇਖੋ ਕਰਤਾਰ ਨੂੰ। ਉਹ ਕਹਿੰਦਾ ਜੀ ਕੁਦਰਤ ਕੀ ਹੁੰਦੀ ਹੈ, ਸਾਨੂੰ ਤਾਂ ਇਹ ਵੀ ਨਹੀਂ ਪਤਾ। ਪਾਤਸ਼ਾਹ ਕਹਿੰਦੇ ਅੱਛਾ ਐਂ ਕਰ, ਫਿਰ ਜਾ ਤੈਨੂੰ ਕੁਦਰਤ ਵਿਖਾਈਏ ਤੇ ਨਾਲੇ ਕਰਤਾਰ ਵਿਖਾਈਏ। ਤੈਨੂੰ ਘਰੋਂ ਬੀ ਲੈ ਕੇ ਆ ਤੇ ਆਪਦਾ ਹਲ ਪੰਜਾਲੀ ਬਲਦ ਲੈ ਕੇ ਆ। ਉਹ ਬੜਾ ਖੁਸ਼ ਹੋਇਆ, ਘਰੇ ਗਿਆ। ਘਰੇ ਜਿਹੜੇ ਦਾਣੇ ਪਏ ਸੀ ਗੱਟੇ 'ਚ ਪਾ ਕੇ ਸਿਰ 'ਤੇ ਰੱਖੇ ਤੇ ਬਲਦਾਂ ਨੂੰ ਜੋੜ ਕੇ ਪੰਜਾਲੀ ਪਿੱਛੇ ਹਲ ਪਾ ਕੇ ਚੱਲ ਪਿਆ। 6 ਮਹੀਨਿਆਂ ਤੋਂ ਲੋਕਾਂ ਨੇ ਹਲ ਹੀ ਨਹੀਂ ਜੋੜਿਆ, ਮੀਂਹ ਨਹੀਂ ਪਿਆ। ਜਦੋਂ ਹਲ ਕੀ ਜੋੜਨ ਵਿਚਾਰੇ। ਜਦੋਂ ਇਹ ਹਲ ਲੈ ਕੇ, ਬਲਦ ਲੈ ਕੇ, ਬੀਜ ਦਾ ਗੱਟਾ ਸਿਰ 'ਤੇ ਰੱਖ ਕੇ ਤੁਰਿਆ, ਸੱਥ ਵਿੱਚੋਂ ਲੰਘਿਆ ਤੇ ਸੱਥ ਵਾਲੇ ਕਹਿੰਦੇ ਉਹ ਬਾਈ ਤੋਂ। ਉਹ ਖੜ ਗਿਆ, ਕਹਿੰਦਾ ਸਾਡੇ ਖੇਤ ਇੱਕ ਸਾਧੂ ਬੈਠੇ ਨੇ,
ਉਹ ਕਹਿੰਦੇ ਹੈ ਕਰਤਾਰ ਨੂੰ ਕਹੋ ਫਸਲ ਹੋ ਜਾਂਦੀ ਹੈ। ਕੁਦਰਤ ਵਿੱਚ ਹੀ ਕਰਤਾਰ ਹੈ ਕਹਿੰਦੇ, ਕੋਈ ਜਾਣਦਾ ਉਹ ਵੀ ਨਹੀਂ, ਜਾਣਦੇ ਸੱਥ ਵਾਲੇ ਵੀ ਨਹੀਂ। ਤੇ ਮੈਨੂੰ ਕਿਹਾ ਉਹਨਾਂ ਨੇ ਵੀ ਦਾਣੇ ਲਿਆ, ਤੈਨੂੰ ਬਿਨਾਂ ਪਾਣੀ ਤੋਂ ਉਗਾ ਕੇ ਵਿਖਾ ਦਿੰਦੇ ਆ। ਉਹ ਪਿੰਡ ਵਾਲੇ ਕਹਿੰਦੇ ਮੂਰਖ ਹੋਇਆ, ਐਵੇਂ ਸਾਰਾ ਮਗਰ ਲਾ ਕੇ ਜਿਹੜੇ ਘਰੇ 4 ਸੇਰ ਦਾਣੇ ਆ ਵੀ ਖਰਾਬ ਕਰ ਲੇਗਾ। ਉਹ ਵਿਚਾਰਾ ਭਰਮ ਗਿਆ ਵੀ ਯਾਰ ਗੱਲ ਤਾਂ ਇਹਨਾਂ ਦੀ ਵੀ ਸਹੀ ਹੈ, ਵੀ ਜੇ ਨਾ ਉਗਰੇ ਫੇਰ ਆ ਜਿਹੜੀ ਮਨ ਕਣਕ ਹੈ ਵੀ ਜਾਊਗੀ। ਉਹ ਧਰ ਕੇ ਘਰੇ ਸਮਾਨ ਬਾਬਾ ਜੀ ਕੋਲ ਫਿਰ ਚਲਿਆ ਗਿਆ। ਕਹਿੰਦਾ ਮਹਾਰਾਜ ਪਿੰਡ ਵਾਲੇ ਤਾਂ ਐਂ ਕਹਿੰਦੇ ਆ ਵੀ ਪਾਣੀ ਤੋਂ ਬਗੈਰ ਫਸਲ ਕਿਵੇਂ ਹੋ ਜਾਊਗੀ। ਪਾਤਸ਼ਾਹ ਕਹਿੰਦੇ ਤੇਰੇ ਬੀਜ ਦੇ ਮੈਂ ਜ਼ਿੰਮੇਵਾਰ ਹਾਂ, ਜੇ ਤੇਰਾ ਬੀਜ ਖਰਾਬ ਹੋ ਜੇ ਮੈਥੋਂ ਲੈ ਲਈ, ਤੂੰ ਜਾ ਲੈ ਕੇ ਆ। ਕਈ ਲੋਕ ਕਹਿ ਦਿੰਦੇ ਆ ਗੁਰੂ ਘਰ ਵਿੱਚ ਕਰਾਮਾਤ ਨਹੀਂ। ਪਾਤਸ਼ਾਹ ਜੀ ਨੇ ਕਈ ਥਾਵਾਂ 'ਤੇ ਲੋਕਾਂ ਨੂੰ ਪਰਮੇਸ਼ਰ ਨਾਲ ਜੋੜਨ ਵਾਸਤੇ ਕਰਾਮਾਤੀ ਸ਼ਕਤੀ ਵੀ ਵਰਤੀ ਹੈ। ਤਾਂ ਖੈਰ ਗੁਰੂ ਨਾਨਕ ਪਾਤਸ਼ਾਹ ਦਾ ਖੁਦ ਪਰਮੇਸ਼ਰ ਹੈ। ਸਾਧ ਜੇ ਬੋਲੇ ਸਹਿ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਜਦੋਂ ਗਿਆ ਖਾਲੀ ਹੱਥ, ਪਾਤਸ਼ਾਹ ਕਹਿੰਦੇ ਤੂੰ ਲੈ ਕੇ ਆ, ਬੀਜ ਲੈ ਕੇ ਆ, ਪਸ਼ੂ ਲੈ ਕੇ ਆ, ਬਲਦ, ਤੇ ਤੈਨੂੰ ਅਸੀਂ ਉਗਾ ਕੇ ਵਿਖਾਉਣੇ ਆ, ਫਿਰ ਤਾਂ ਮੰਨੇਗਾ ਨਾ। ਕਹਿੰਦਾ ਜੀ ਠੀਕ ਆ, ਤੇਰਾ ਬੀਜ ਨਹੀਂ ਖਰਾਬ ਹੋਣ ਦਿੰਦੇ, ਜੇ ਖਰਾਬ ਹੋ ਗਿਆ ਮੈਥੋਂ ਲੈ ਲਈ। ਧੀਰਜ ਦਿੱਤਾ, ਫਿਰ ਉਸ ਨੂੰ ਤਸੱਲੀ ਕਰਾਈ, ਜਾ ਕੇ ਚੱਕ ਲਿਆਏ। ਖੇਤ ਪਹੁੰਚ ਗਿਆ, ਪਾਤਸ਼ਾਹ ਕਹਿੰਦੇ ਇੱਥੇ ਓੜੇ ਕੱਢ, ਜ਼ਮੀਨ ਵਾਹ। ਜ਼ਮੀਨ ਬਹਾਈ ਪਹਿਲਾਂ ਉਹਦੇ ਕੋਲੋਂ, ਫਿਰ ਉਸ ਤੋਂ ਛਿੱਟਾ ਦਵਾਤਾ ਉਹ ਬੀਜ ਦਾ, ਜੋ ਵੀ ਉਸ ਵੇਲੇ ਰੁੱਤ ਦਾ ਸਮਾਂ ਸੀਗਾ ਫਸਲ ਦਾ, ਉਹਨੇ ਬੀਜ ਦਾ ਛਿੱਟਾ ਦੇਤਾ। ਪਾਤਸ਼ਾਹ ਕਹਿੰਦੇ ਹੁਣ ਤੂੰ ਜਾ ਤੇ ਤੜਕੇ ਆਈ। ਕਹਿਣ ਲੱਗਿਆ ਜੀ ਚੰਗਾ। ਸਤਿਗੁਰਾਂ ਨੂੰ ਜਲ ਪਾਣੀ ਵੀ ਛਕਾਇਆ ਉਹ ਜ਼ਿਮੀਂਦਾਰ ਨੇ ਘਰੋਂ ਲਿਆ ਕੇ। ਤਾਂ ਰਾਤ ਨੂੰ ਪਾਤਸ਼ਾਹ ਜੀ ਨੇ ਉੱਥੇ ਖੇਤਾਂ ਵਿੱਚ ਹੀ ਰਾਤ ਕੱਟੀ। ਕਿ ਰਾਤ ਕੱਟਣ ਦਿਆਂ ਦੌਰਾਨ ਸਤਿਗੁਰਾਂ ਨੇ ਉੱਥੇ ਬੈਠ ਕੇ ਕੀਰਤਨ ਕੀਤਾ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ। ਤੇ ਜਿਸ ਵੇਲੇ ਗੁਰੂ ਪਿਆਰੋ ਦੂਜੇ ਦਿਨ ਤੜਕੇ ਆਇਆ ਤੇ ਕੀ ਵੇਖਦਾ, ਖੇਤ ਸਾਰਾ ਹੀ ਹਰਾ ਭਰਾ, ਫਸਲ ਉਗਰੀ ਹੋਈ ਆ। ਬੜਾ ਹੈਰਾਨ ਹੋਇਆ ਵੀ ਯਾਰ ਮੀਂਹ ਵੀ ਨਹੀਂ ਪਿਆ, ਪਾਣੀ ਵੀ ਨਹੀਂ ਹੈਗਾ, ਤੇ ਪਾਣੀ ਵਾਕਿਆ ਫਸਲ ਉਗਰ ਖੜੀ। ਕਹਿੰਦਾ ਜੀ ਇਹ ਕਿਵੇਂ ਉਗਰੀ ਆਈ? ਕਹਿੰਦੇ ਕਰਤਾਰ ਨੇ ਉਗਰਾਈ ਆ। ਤੁਸੀਂ ਕਹਿੰਦੇ ਹੋ ਪਾਣੀ ਬਿਨਾਂ ਫਸਲ ਨਹੀਂ ਹੁੰਦੀ, ਮੈਂ ਕਹਿੰਦਾ ਜੇ ਕਰਤਾਰ ਚਾਹੇ ਤਾਂ ਅੰਗਿਆਰਾਂ ਉੱਤੇ ਅੱਗ ਪੈਦਾ, ਅੱਗ ਦੇ ਉੱਤੇ ਫਸਲ ਉਗਾ ਸਕਦਾ। ਉਹ ਹੋਰ ਹੈਰਾਨ ਹੋਇਆ ਜੀ, ਅੱਛਾ ਜੀ, ਹਾਂ ਇਹੀ ਤਾਂ ਉਹਦੀ ਕੁਦਰਤ ਹੈ। ਕਹਿੰਦਾ ਜੀ ਦਿਖਾਓ। ਕਹਿੰਦੇ ਪੱਟ ਤੋਂ ਵੀ ਪੌਦੇ, ਉਹਨੇ ਉਗਰੇ ਹੋਏ ਪੌਦੇ ਪੱਟੇ ਤੇ ਕੀ ਵੇਖਦਾ, ਥੱਲੇ ਅਗਿਆਰ, ਭਾਵ ਥੱਲੇ ਅੱਗ ਸੇਕ ਮਾਰੇ। ਵੈਸੇ ਜਿਹੜੀਆਂ ਰੇਹਾਂ ਪਾਉਣੇ ਆ ਇਹ ਥੱਲੇ ਸੇਕ ਹੀ ਦਿੰਦੇ ਹੋ, ਇਹ ਅੱਗ ਹੀ ਹੈ ਸਾਰੀ। ਗਰਮੈਸ਼ ਤੋਂ ਬਗੈਰ ਫਸਲ ਨਹੀਂ ਉਗਰਦੀ। ਧਰਤੀ ਵਿੱਚ ਆਪਾਂ ਪਹਿਲਾਂ ਰੂੜੀ ਪਾਉਂਦੇ ਸੀ, ਉਹ ਵੀ ਅੱਗ ਹੀ ਪੈਦਾ ਕਰਦੀ ਸੀ। ਉਹ ਦਿਸਦੀ ਨਹੀਂ, ਬਾਬੇ ਨੇ ਦਿਖਾਤੀ ਕਰਾਮਾਤੀ ਸ਼ਕਤੀ ਨਾਲ, ਆਪਾਂ ਨੂੰ ਦਿਸਦੀ ਨਹੀਂ। ਕੋਈ ਉਗਰੀ ਫਸਲ ਨੂੰ ਪਾਣੀ ਲਾਉਣ ਤੋਂ ਪਹਿਲਾਂ ਪੱਟ ਕੇ ਥੱਲੇ ਹੱਥ ਲਾ ਕੇ ਦੇਖਿਓ, ਤੁਹਾਡਾ ਹੱਥ ਨਿੱਘਾ ਹੋ ਜਾਊਗਾ। ਪਰ ਇੱਥੇ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਪਰਮੇਸ਼ਰ ਨਾਲ ਜੋੜਨਾ ਸੀਗਾ। ਜਿਸ ਵੇਲੇ ਗੁਰੂ ਪਿਆਰਿਓ ਨੇ ਕੁਝ ਪੌਦੇ ਪੱਟ ਕੇ ਵੇਖੇ ਥੱਲੇ ਅੰਗਿਆਰ, ਉਹ ਤਾਂ ਹੈਰਾਨ ਹੋ ਗਿਆ। ਪਾਤਸ਼ਾਹ ਕਹਿੰਦੇ ਇਹ ਹੈ ਕੁਦਰਤ ਕਰਤਾਰ ਦੀ। ਕਹਿੰਦਾ ਜੀ ਕਰਤਾਰ ਰਹਿੰਦਾ ਕਿੱਥੇ ਆ, ਸਾਨੂੰ ਵੀ ਮਿਲਾਓ। ਕਹਿੰਦੇ ਮਿਲਾਵਾਂਗੇ। ਜਦੋਂ ਦੁਬਾਰਾ ਪਿੰਡ 'ਚ ਗਿਆ ਤੇ ਸੱਥ ਵਾਲੇ ਕਹਿੰਦੇ ਕਿਉਂ ਉਗਰ ਆਈ? ਕਹਿੰਦੇ ਉਗਰ ਕੀ ਆਈ, ਐਡੀ ਐਡੀ ਕਣਕ ਹੋ ਗਈ ਮੇਰੀ, ਔਰ ਮੈਂ ਹੈਰਾਨ ਆ, ਥੱਲੇ ਉਹਦੇ ਅੰਗਿਆਰ ਵੇਖੇ ਮੈਂ। ਪਿੰਡ ਵਾਲੇ ਹੈਰਾਨ ਹੋ ਗਏ। ਪਹਿਲਾਂ ਤਾਂ ਕਹਿੰਦੇ ਮੂਰਖ ਹੈ ਯਾਰ, ਫਿਰ ਵਿੱਚੋਂ ਕੁਝ ਕਹਿੰਦੇ ਚਲੋ ਦੇਖ ਕੇ ਆਈਏ। ਜਦੋਂ ਸੱਥ 'ਚ ਉੱਠ ਕੇ 5-7 ਬੰਦੇ ਵੇਖਣ ਵਾਸਤੇ ਆਏ ਤੇ ਵਾਕਿਆ ਹੀ ਇਹਦਾ ਖੇਤ ਹਰਾ ਭਰਾ, ਬਾਕੀ ਸਾਰੇ ਖਾਲੀ। ਉਹ ਪਾਤਸ਼ਾਹ ਜੀ ਦੇ ਚਰਨੀ ਪੈ ਗਏ, ਮਹਾਰਾਜ ਕਿਰਪਾ ਕਰੋ ਸਾਡੇ ਵੀ ਇੱਦਾਂ ਫਸਲ ਉਗਾਓ। ਪਾਤਸ਼ਾਹ ਕਹਿੰਦੇ ਕਰਤਾਰ ਨਾਲ ਜੁੜੋ।
ਇੱਕ ਨੂੰ ਪਤਾ ਲੱਗਿਆ, ਦੂਜੇ ਨੂੰ ਪਤਾ ਲੱਗਿਆ, ਸਾਰੇ ਦੇਸ਼ ਵਿੱਚ ਰੌਲਾ ਪੈ ਗਿਆ। ਰਾਜੇ ਤੱਕ ਗੱਲ ਪਹੁੰਚ ਗਈ, ਰਾਜਾ ਵੀ ਦੁਖੀ ਸੀ, ਜਨਤਾ ਦੁਖੀ ਹੈ ਤੇ ਰਾਜਾ ਵੀ ਦੁਖੀ। ਅੱਜ ਦੇ ਰਾਜੇ ਤਾਂ ਹੋਰ ਹਿਸਾਬ ਦੇ ਆ, ਇਹ ਤਾਂ ਹੋਰ ਹਿਸਾਬ ਦੇ ਨੇ। ਪੁਰਾਣੇ ਰਾਜੇ ਸਤਵਾਦੀ ਹੁੰਦੇ ਸੀ, ਜਨਤਾ ਦਾ ਸੁੱਖ ਦੁੱਖ ਫੀਲ ਕਰਦੇ ਸੀ। ਜਦ ਰਾਜੇ ਤੱਕ ਗੱਲ ਪਹੁੰਚੀ ਵੀ ਫਲਾਣੇ ਦੇਸ਼ ਆਪਣਾ ਨਗਰ ਦੇ ਵਿੱਚ, ਮੁਨਾਫਕ ਦੇਸ਼ ਦੇ ਵਿੱਚ ਫਲਾਣੇ ਨਗਰ ਦੇ ਵਿੱਚ ਇੱਕ ਸਾਧ ਆਏ, ਨਾ ਸਾਧੂ ਆਏ, ਨਾ ਤਪੇ ਆਏ ਹੈ, ਤੇ ਉਹਨਾਂ ਨੇ ਸੁੱਕੇ ਅੰਬਰੀ, ਸੁੱਕੀ ਧਰਤੀ ਉੱਤੇ ਹੀ ਫਸਲ ਉਗਾ ਦਿੱਤੀ। ਕਹਿੰਦੇ ਥੱਲੇ ਅੰਗਿਆਰ ਵੀ ਆ। ਇਹ ਅਚੰਭਾ ਹੋ ਗਿਆ ਨਾ। ਇਸ ਨੂੰ ਵੇਖ ਕੇ ਸਾਰੇ ਲੋਕ ਭੱਜੇ ਆ ਰਹੇ ਆ ਤੇ ਰਾਜਾ ਵੀ ਆ ਗਿਆ ਉੱਥੇ। ਕਹੋ ਸਤਨਾਮ ਸ੍ਰੀ। ਜਦ ਰਾਜਾ ਵੀ ਆਇਆ ਤੇ ਰਾਜੇ ਨੇ ਵੀ ਇਹ ਕੁਦਰਤ ਵੇਖੀ ਤੇ ਰਾਜਾ ਕਹਿਣ ਲੱਗਿਆ, ਮਹਾਰਾਜ ਇਹ ਜਿਹੜਾ ਤੁਸੀਂ ਸਾਨੂੰ ਵਿਖਾਇਆ ਵੀ ਇਹ ਧਰਤੀ ਦੇ ਵਿੱਚ ਅੱਗ ਕਿਵੇਂ ਆਈ? ਪਾਤਸ਼ਾਹ ਕਹਿੰਦੇ ਕਰਤੇ ਦੀ ਕੁਦਰਤ ਹੈ। ਤੇ ਰਾਜਾ ਗੁਰੂ ਸਾਹਿਬ ਜੀ ਦਾ ਸੇਵਕ ਬਣ ਗਿਆ। ਜਦੋਂ ਸੇਵਕ ਬਣ ਗਿਆ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨੀ ਲੱਗ ਗਿਆ ਤੇ ਗੁਰੂ ਸਾਹਿਬ ਨੇ ਉਹਨੂੰ ਗਿਆਨ ਦਿੱਤਾ। ਉਸ ਤੋਂ ਬਾਅਦ ਕੀ ਹੋਇਆ? ਸਾਰਾ ਨਗਰ ਹੀ ਜੈਨੀਆਂ ਨੂੰ ਛੱਡ ਕੇ ਗੁਰੂ ਨਾਨਕ ਜੀ ਦਾ ਸੇਵਕ ਬਣ ਗਿਆ ਔਰ ਇਹਨਾਂ ਨੂੰ ਸਤਨਾਮ ਦਾ ਜਾਪ ਦਿੱਤਾ। ਸਤਿਗੁਰ ਨੇ ਕਰਤਾਰ ਨਾਲ ਜੋੜਿਆ। ਹੁਣ ਜਿਹੜਾ ਉੱਥੋਂ ਦਾ ਮੁਖੀ ਜੈਨੀ ਸੀਗਾ, ਉਹ ਜੈਨੀ ਨੂੰ ਗੁੱਸਾ ਆ ਗਿਆ। ਜਦ ਉਹਨੇ ਗੁੱਸਾ ਆਇਆ, ਪਿੰਡ ਵਾਲੇ ਕਹਿੰਦੇ ਵੀ ਸਾਡੇ ਵੀ ਤਾਂ ਮਹਾਰਾਜ ਫਿਰ ਫਸਲ ਕਿਵੇਂ ਹੋਊਗੀ? ਕਹਿੰਦੇ ਵੀ ਆਪਾਂ ਕਰਤਾਰ ਨੂੰ ਬੇਨਤੀ ਕਰਦੇ ਹਾਂ। ਉਹ ਸਾਰੇ ਪਹਿਲਾਂ ਪੁੱਛਦੇ ਆ ਕਰਤਾਰ ਕੌਣ ਹੈ? ਕਹਿੰਦੇ ਪਰਮੇਸ਼ਰ ਰੱਬ, ਦਿਸਦਾ ਨਹੀਂ ਹੈ ਪਰ ਸੁਣਦਾ ਹੈ। ਕਾਨ ਸੁਣੇ ਪਹਿਚਾਨ ਨਾ ਤਿਨਸਿਓ, ਲਿਵ ਲਾਗੀ ਮੋਰੀ ਪਗ ਇਨਸਿਓ। ਜਿਵੇਂ ਇਹ ਸ਼ਬਦ ਹੈ ਨਾ, ਸ਼ਬਦ ਨੂੰ ਵੀ ਪਰਮੇਸ਼ਰ ਕਿਹਾ। ਸ਼ਬਦ ਹੀ ਸਾਨੂੰ ਆਵਾਜ਼ ਸੁਣਦੀ ਹੈ, ਵਿੱਚ ਦਿਸਦਾ ਨਹੀਂ ਪਰ ਹੈ ਜ਼ਰੂਰ। ਵਾਹੋ ਬਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਈ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਆਓ ਆਪਾਂ ਕਰਤਾਰ ਅੱਗੇ ਬੇਨਤੀ ਕਰਦੇ ਹਾਂ। ਉਹ ਚਾਹੇ ਤਾਂ ਮੀਂਹ ਵੀ ਪੈ ਸਕਦਾ। ਉਹ ਛੋਟੀ ਜਿਹੀ ਕਰਾਮਾਤ ਵਿਖਾ ਕਰਕੇ ਪਾਤਸ਼ਾਹ ਜੀ ਨੇ ਸਾਰੇ ਦੇਸ਼ ਨੂੰ, ਇਲਾਕੇ ਨੂੰ ਇਕੱਠਾ ਕੀਤਾ। ਹੁਣ ਜੈਨੀਆਂ ਨੂੰ ਗੁੱਸਾ ਆ ਗਿਆ ਵੀ ਕਈ ਸੈਂਕੜੇ ਸਾਲਾਂ ਤੋਂ, ਹਜ਼ਾਰਾਂ ਸਾਲਾਂ ਤੋਂ ਲੋਕ ਸਾਨੂੰ ਪੂਜਦੇ ਸੀਗੇ, ਇਹਨਾਂ ਸਾਧਾਂ ਨੇ ਇੱਕਦਮ ਹੀ ਤੋੜ ਤੇ ਲੋਕ ਸਾਰੇ ਲੋਕ ਆਪਦੇ ਮਗਰ ਲਾ ਲਏ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਆਓ ਆਪਾਂ ਅਰਦਾਸ ਨੂੰ, ਆਪਣਾ ਕਰਤਾਰ ਨੂੰ ਬੇਨਤੀ ਕਰਦੇ ਹਾਂ। ਕਹਿੰਦੇ ਜੀ ਉਹ ਕਿਵੇਂ ਕਰਨੀ ਆ? ਫਿਰ ਤੁਸੀਂ ਕਰੋ, ਸਾਨੂੰ ਤਾਂ ਪਤਾ ਨਹੀਂ, ਵਿਚਾਰੇ ਅਣਜਾਣ ਸੀ ਇਸ ਵਿਸ਼ੇ 'ਤੇ। ਪਾਤਸ਼ਾਹ ਕਹਿੰਦੇ ਤਿਹਾਵਲ ਤਿਆਰ ਕਰੋ। ਕਹਿੰਦੇ ਜੀ ਉਹ ਕੀ? ਕਹਿੰਦੇ ਆਟਾ, ਗੁੜ, ਖੰਡ, ਜੋ ਵੀ ਮਿੱਠਾ ਉਸ ਵੇਲੇ ਸੀਗਾ, ਇਹ ਲੈ ਕੇ ਆਓ, ਆਪਾਂ ਕੜਾਹ ਪ੍ਰਸ਼ਾਦ ਤਿਆਰ ਕਰਦੇ ਹਾਂ। ਕੜਾਹ ਪ੍ਰਸ਼ਾਦ ਤਿਆਰ ਕੀਤਾ। ਰਾਜੇ ਸਮੇਤ ਸਾਰੀ ਜਨਤਾ ਗੁਰੂ ਨਾਨਕ ਜੀ ਦੇ ਨਾਲ ਖੜੀ ਆ, ਕਿਉਂਕਿ ਨਾਨਕ ਜੀ ਨੇ ਸਰੀਰ ਨਾਲ ਤਾਂ ਜੋੜਨਾ ਨਹੀਂ ਸੀਗਾ ਵੀ ਮੈਂ ਮੀਂਹ ਪਵਾਤਾ, ਉਹ ਤਾਂ ਗੱਲ ਫਿਰ ਉੱਥੇ ਚਲੀ ਜਾਂਦੀ। ਇਸ ਕਰਕੇ ਸਤਿਗੁਰਾਂ ਨੇ ਕਰਤਾਰ ਨਾਲ ਜੋੜਿਆ ਤੇ ਆਪ ਅਰਦਾਸ ਕੀਤੀ ਆ। ਸਾਰਿਆਂ ਦੇ ਨਾਲ ਖੜ ਕੇ ਕੜਾਹ ਪ੍ਰਸ਼ਾਦ ਤਿਆਰ ਕਰਕੇ ਕਹਿੰਦੇ ਅਰਦਾਸ ਕੀਤੀ ਪਰਮੇਸ਼ਰ ਦੇ ਅੱਗੇ। ਤਾਂ ਇਹਦਾ ਮਤਲਬ ਸਾਰਿਆਂ ਨੂੰ ਪਤਾ ਲੱਗਿਆ ਵੀ ਇਹ ਜਿਹੜਾ ਬਾਬਾ ਸਾਧੂ ਹੈ, ਤਪ ਹੈ, ਜਿਹੜਾ ਇਹ ਬਾਬਾ ਨਾਨਕ ਹੈ, ਇਹ ਮਤਲਬ ਕਿਸੇ ਹੋਰ ਨੂੰ ਜਪਦਾ ਜਿਹੜਾ ਦਿਸਦਾ ਨਹੀਂ। ਆਪਾਂ ਵੀ ਉਹਦੇ ਨਾਲ ਜੁੜਨਾ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਜਿਸ ਵੇਲੇ ਅਰਦਾਸ ਕੀਤੀ ਤੇ ਝੱਟ ਮੀਂਹ ਲੈ ਪਿਆ, ਔਰ ਟੁੱਟ ਗਈ, ਪਾਣੀ ਆ ਗਿਆ। ਦੁਨੀਆ ਸਵਾਰਥੀ ਹੈ, ਦੁਨੀਆ ਦੀਆਂ ਲੋੜਾਂ ਹੈ, ਜਿਹੜਾ ਇਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਉਹੀ ਰੱਬ ਹੈ। ਕਹੋ ਸਤਨਾਮ ਸ੍ਰੀ। ਹਜ਼ਾਰਾਂ ਸਾਲਾਂ ਦੇ ਜਿਹੜੇ ਜੈਨੀਆਂ ਨੂੰ, ਸਲੇਵੜਿਆਂ ਨੂੰ ਪੂਜਦੇ ਸੀਗੇ, ਉਹ ਇੱਕ ਮਿੰਟ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਜੁੜ ਗਏ ਤੇ ਬਾਬੇ ਨਾਨਕ ਨੇ ਉਹਨਾਂ ਦੀ ਬਾਂਹ ਕਰਤਾਰ ਨੂੰ ਫੜਾਈ। ਉਸ ਦਿਨ ਤੋਂ ਬਾਅਦ ਫਿਰ ਉਹ ਲੋਕ ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਆ ਭਜਨ ਸਿਮਰਨ ਕਰਨ ਲੱਗੇ। ਔਰ ਜੈਨੀ ਜਿਹੜੇ ਸਨ ਉਹਨਾਂ ਨੂੰ ਆ ਗਿਆ ਗੁਰੂ ਪਿਆਰੋ ਗੁੱਸਾ। ਜਿਸ ਵੇਲੇ ਉਹਨਾਂ ਜੈਨੀਆਂ ਨੂੰ ਗੁੱਸਾ ਆਇਆ ਬਈ ਅਸੀਂ ਹਾਰ ਗਏ, ਉਹ ਜੈਨੀ ਨੇ ਆ ਕੇ ਵੀ ਚਰਚਾ ਕੀਤੀ ਬਾਬੇ ਨਾਨਕ ਨੂੰ ਹਰਾਉਣ ਵਾਸਤੇ।
जिवें जोगियां ने चर्चा की ना, गोरख मत जिहड़ा बड़े लंबे समय तो चले आ रहा सीगा, हुण जदों गुरु प्यारो मुकाबला हुंदा है ते मुकाबले में जिहड़ा जित जावे उही तकड़ा, जिहड़ा हार गया वो कमज़ोर। जोगियां ने भी मुकाबला किया बाबे नाल चर्चा करके, ते ये जैनी भी आ गया चर्चा करने वास्ते। सतगुरु पातशाह जी दे नाल चर्चा हुई। चर्चा होने तो बाद पातशाह ने बेशक इस नूं बहुत समझाउण दी कोशिश की, बई तू भी करतार नाल जुड़, पर वो क्यों जुड़े? उन तां बाबा जी पहले बथेरी हुंदी आ, कोई सतनाम उन्हें रब तो की लैना, उहदी पूजा हुंदी सी। तां इत्थे बचन लिखिया उस वेले दा, नानक सिर घुथे शैतानी इन्हां गल ना पाणी। सिर घुथे, सिर मुन्ने होए, भी सिर है ही नहीं, दिमाग है ही नहीं इन्हां दा। सिर घुथे केवल बाल पट्टे हुए नहीं, सिर घुथे तो मुताबक सिर विच दिमाग है नहीं। आ बीबियां एक दूजी नूं कहंदियां कुड़े मेरा सिर कर दे, तो दूजी बीबी खोपड़ी ते हथ थोड़े मारदी आ, केसां नूं गुंददी आ ना, तां सिर केसां नूं भी कहंदे आ। कोई सतनाम श्री। इन्हां दे सिर ते वाल भी पट्टे हुए आ, भेडां की तरह पटाए हुए न, और इन्हां दे सिर विच दिमाग भी है नहीं। बाबा जी कहंदे इन्हां दे दिमाग 'च शैतान वसदा। सिर घुथे शैतानी इन्हां गल ना भाणी। इन्हां नूं साडी गल चंगी नहीं लगी। जिस वेले बाबा जी ने वो नाम की गल उन्हां नगर निवासियों नूं, राजे नूं, जनता नूं दसी, सारियां नूं गल फिट बैठी, सारे बाबे नानक दे सेवक बन गए। जिस वेले जैनी हार गया, वो सरेवड़ा जिहड़ा सीगा, जिस वेले हार गया उहदा प्रताप घट गया। लोग भी वेख के भी ये तो जड़ तकड़ा है, जिहड़ा साधु आया बाहरों, आ तां हार गया, चुप कर गया, इहनूं जवाब ही नहीं आउणिया अगों। उन्हें मुकाबला इसे करके किया सीगा बई शायद जिहड़ा है साधु है, भाव गुरु नानक देव जी, ये मेरियां गल्लां दा जवाब नहीं दे सकेगा। बहुत सवाल पूछे। जोगियां ने भी चर्चा की, सिद्ध गोष्ठ उसे दा रूप है। सिद्ध गोष्ठ तो बगैर शाम के इतिहास में आपां कथा करते हैं, उहदे विच भी बहुत सवाल जवाब उन्हां दे हैगे आ, गल्लां बातां। जदों ये सरेवड़ा ये जैनी हार गया ना, ते हार के उठ के चलिया गया, मगरों सिखां ने ते भाई मरदाने जी ने बेनती की इस जैनी बारे, सरेवड़े बारे, भी महाराज जी ने तुहाडे नाल चर्चा की है, हार गया, हार के इहने तुहाडे कोलों ज्ञान नहीं लिया। चंगा हुंदा जे हार के पैरी पै जांदा, सुखी वसै मस्कीनियां आप निवार तले, कह दिंदा भी मैनू भी दसो करतार किहड़ा। इहदा मतलब मैं भुल्लिया होया, भुल्लिया भटकिया नूं रस्ते पाउणी तां बाबा नानक गया। कोई शाबाश लैन थोड़ा गए न हो भी मैं जित गया तो मैं वड्डा हो गया। जैसा मिल के आखन पाए वड्डा न होवे घाट न जाए। वो जिड्डा हैगा उड्डा ही रहिंदा, उहनूं कोई फर्क नहीं पैंदा, कोई हारे कोई जिते। पर मकसद सी सतगुरु नानक जी का इन्नी करामात विखा के लोगों को असलीयत बारे दसना भी करतार की है, परमेश्वर की है, जिहदे नाल आपां जुड़ना है। आपां शरीरां नाल नहीं जुड़ना, आपां उस शक्ति नाल जुड़ना जिहड़ी सारी सृष्टि नूं चला रही है, जिहदे हथ विच सृष्टि की चाबी है। दातै दात रखी हथ अपने, जिस भावै तिस देई। जिस वेले गुरु प्यारो सिखां ने ते भाई मरदाना जी ने, सिख इत्थे किहड़े ना सारे पिंड वाले समेत राजे दे गुरु के सिख बन गए हुण। ये सतगुर ने उन्हां नूं ज्ञान बख्शिश किया, नाम भी दिता, नाम जपो। तां इस तरह उन्होंने पुछया, महाराजे जैनी तुहाडी गल नहीं सुन के गया, ना इन्हें तुहानूं पुछया, ना तुहाडूं बेनती की, ना इन्हें तुहाडी प्रेमा भगती का उपदेश सानू समझाया, इन्हें लिया ही नहीं गा। बाबा जी कहने की दसीए भाई मरदानिया, इन्हां दी तां आ हालत है। फिर आ शब्द उचारिया बाबे नानक जी ने, सलोक महला पहला। मरदानिया इन्हां दा किरत वेख ला, इन्हां दी जिहड़ी है जीवन किहो जिहा है।
ਇਹ ਕਿਹੋ ਜਿਹੇ ਰਾਹ ਚੱਲੇ ਹੋਏ ਨਾ। ਸਿਰ ਖੁਹਾਹੇ ਪੀਐ ਮਲਵਾਣੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਲੋਕ ਸਿਰ ਪਟਾ ਕੇ ਪੀਂਦੇ ਹਨ ਮਲਵਾਣੀ, ਭਾਵ ਮੈਲ ਵਾਲਾ, ਸਵਾਹ ਵਾਲਾ ਪਾਣੀ। ਜਦੋਂ ਇਹ ਚੇਲਾ ਵੀ ਬਣਾਉਂਦੇ ਆ ਨਾ ਕਿਸੇ ਨੂੰ, ਤੇ ਉਦੋਂ ਗੁਰੂ ਪਿਆਰਿਓ ਉਸ ਬੰਦੇ ਨੂੰ ਇਹ ਸਵਾਹ ਘੋਲ ਕੇ ਪਿਆਉਂਦੇ ਆ। ਕੋਈ ਸਤਿਨਾਮ ਸ੍ਰੀ ਸਵਾਹ ਘੋਲ ਕੇ ਪਿਆਉਂਦੇ ਆ, ਤੇ ਉਸ ਨੂੰ ਚੇਲਾ ਬਣਾਉਣ ਵਾਸਤੇ ਸਵਾਹ ਘੋਲ ਕੇ ਪਿਆਉਂਦੇ ਆ। ਤੇ ਉਸ ਤੋਂ ਪਹਿਲਾਂ ਵੈਸੇ ਤਾਂ ਆਮ ਲੋਕ ਵੀ ਉਹਨਾਂ ਨੂੰ ਹੁਣ ਪੂਜਦੇ ਆ, ਮੰਨਦੇ ਆ, ਉਹਨਾਂ ਦੀ ਸੇਵਾ ਅਰਚਨਾ ਕਰਦੇ ਆ, ਪਰ ਜਿਹੜਾ ਉਹਨਾਂ ਦੀ ਰੂਪ ਧਾਰਨਾ ਚਾਹੇ, ਜਿਵੇਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਬਣਦਾ ਹੈ, ਤੇ ਗੁਰੂ ਗੋਬਿੰਦ ਸਿੰਘ ਜੀ 5 ਕਕਾਰ ਪਹਿਨਾਉਂਦੇ ਆ ਔਰ ਚੰਗਾ ਜੀਵਨ ਬਤੀਤ ਕਰਨ ਦਾ ਹੁਕਮ ਦਿੰਦੇ ਆ, ਔਰ ਸਾਬਤ ਸੂਤ ਰਹਿਣ ਦਾ ਹੁਕਮ ਦਿੰਦੇ ਆ। ਤੁਹਾਨੂੰ ਪਰਮੇਸ਼ਰ ਨੇ ਜਿਹੋ ਜਿਹਾ ਭੇਜਿਆ ਭਾਈ, ਉਹੇ ਜਿਹੇ ਰਹੋ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਦਾ ਜਿਸ ਤਰ੍ਹਾਂ ਸਾਨੂੰ ਹੁਕਮ ਹੈ, ਆਪਾਂ ਉਹੇ ਜਿਹਾ ਹੋ ਜਾਂਦੇ ਆ ਜਿਹੋ ਜਿਹਾ ਸਾਨੂੰ ਸਤਿਗੁਰ ਨੇ ਬਣਾਇਆ। ਪਰ ਇਹ ਲੋਕ ਕੀ ਕਰਦੇ ਆ, ਜਦੋਂ ਕਿਸੇ ਨੂੰ ਚੇਲਾ ਬਣਾਉਂਦੇ ਆ, ਤੇ ਉਸ ਨੂੰ ਚੇਲਾ ਬਣਾਉਣ ਵੇਲੇ ਇਹ ਸਤਿਗੁਰ ਨੇ ਅੰਮ੍ਰਿਤ ਪਿਆਇਆ, ਇਹ ਸਵਾਹ ਘੋਲ ਕੇ ਪਿਆਉਂਦੇ ਆ। ਕੋਈ ਸਤਿਨਾਮ ਸੀ। ਉਸ ਅੰਮ੍ਰਿਤ ਵਿੱਚ ਵੀ ਸਤਿਗੁਰ ਨੇ ਬਾਣੀ ਪੜ੍ਹੀ ਆ, ਉਹ ਬਾਣੀ ਨੂੰ ਸਾਡੇ ਅੰਦਰ ਪ੍ਰਵੇਸ਼ ਕੀਤਾ ਆਪਣੀ ਕਿਰਪਾ ਦੇ ਨਾਲ। ਪਰ ਮਰਦਾਨਿਆ, ਇਹਨਾਂ ਦੀ ਕੀ ਮੈਂ ਤੈਨੂੰ ਗੱਲ ਦੱਸਾਂ। ਸਿਰ ਖੁਹਾਹੇ, ਸਿਰ ਦੇ ਬਾਲ ਪਟਾਉਂਦੇ ਆ, ਪੀਐ ਮਲਵਾਣੀ, ਝੂਠਾ ਮੰਗ ਖਾਹੀ। ਤੇ ਕਹਿੰਦੇ ਜਿਹੜੀ ਇਹ ਡਾਲੀ ਕਰਦੇ ਆਪਣੇ ਚੇਲੇ ਬਾਲਕਿਆਂ ਤੋਂ, ਸ਼ਰਧਾਲੂਆਂ ਤੋਂ, ਜਿਹੜੇ ਉਹਨਾਂ ਦੇ ਸ਼ਰਧਾਲੂ ਹੁੰਦੇ ਨਾ, ਉਹ ਉਹਨਾਂ ਦੇ ਘਰੋਂ ਪੂਰੀ ਰੋਟੀ ਨਹੀਂ ਲੈਂਦੇ, ਟੁਕੜਾ ਲੈਂਦੇ ਆ, ਅੱਧੀ ਰੋਟੀ ਚੌਥਾ ਹਿੱਸਾ, ਸਾਬਤੀ ਰੋਟੀ ਨਹੀਂ ਲੈਂਦੇ ਇਹ। ਭਾਵ ਇਸ ਤਰ੍ਹਾਂ ਟੁਕੜੇ ਮੰਗਦੇ ਹਨ, ਭਾਵ ਮੰਗ ਕੇ ਖਾਂਦੇ ਹਨ ਟੁਕੜਿਆਂ ਦੇ ਰੂਪ 'ਚ, ਸਾਬਤੀ ਰੋਟੀ ਨਹੀਂ ਲੈਂਦੇ, ਤੋੜ ਕੇ ਲੈਂਦੇ ਆ। ਝੂਠਾ ਮੰਗ ਖਾਹੀ ਫੋਲ ਫਦੀਹਤ। ਗੁਰੂ ਪਿਆਰੇ ਜਦੋਂ ਬਾਹਰ ਜਾਂਦੇ ਆ, ਪਾਤਸ਼ਾਹ ਜੀ ਕਹਿੰਦੇ ਸਰੇਵੜੇ ਲੋਕ ਆਪਣੀ ਗੰਦਗੀ ਬਿਸ਼ਟਾਂ ਨੂੰ ਵੀ ਫਰੋਲ ਕੇ ਆਉਂਦੇ ਆ। ਮਤਲਬ ਇਹਨਾਂ ਦੇ ਦਿਮਾਗ 'ਚ ਇੱਕੋ ਭਰਿਆ ਵੀ ਤੁਸੀਂ ਜਿਹੜਾ ਹੈ ਜੀਵ ਹੱਤਿਆ ਨਹੀਂ ਕਰਨੀ। ਚੰਗੀ ਗੱਲ ਹੈ, ਬੰਦੇ ਨੂੰ ਐਵੇਂ ਕਿਸੇ ਦੀ ਜੀਵ ਦੇ ਸਵਾਦਾਂ ਪਿੱਛੇ ਜੀਵ ਹੱਤਿਆ ਨਹੀਂ ਕਰਨੀ ਚਾਹੀਦੀ। ਪਰ ਮੂੰਹ 'ਤੇ ਪੱਟੀ ਬੰਨ੍ਹਣ ਦਾ ਵੀ ਇਹੀ ਕਾਰਨ ਹੈ ਵੀ ਹਵਾ ਦੇ ਵਿੱਚ ਜੀਵਾਣੂ ਸਾਡੇ ਸਵਾਸ ਨਾਲ ਅੰਦਰ ਜਾਣਗੇ, ਸਾਡੇ ਮੂੰਹ ਵਿੱਚ ਜਾਣਗੇ, ਉਹਨਾਂ ਦੀ ਮੌਤ ਹੋ ਜੂ। ਇਸ ਕਰਕੇ ਉਸ ਵਿਸ਼ੇ 'ਤੇ ਇਹਨਾਂ ਦਾ ਕੋਈ ਵੱਡਾ ਜਿਹੜਾ ਹੋਇਆ, ਉਹਨੇ ਜੋ ਦੱਸਿਆ ਉਵੇਂ ਤੁਰੇ ਜਾਂਦੀ ਹੈ ਇਹਨਾਂ ਦੀ ਲੈਣ ਹਜੇ ਤੱਕ। ਪਾਤਸ਼ਾਹ ਜੀ ਕਹਿੰਦੇ ਭੇਡਾਂ ਵਾਗੀ ਸਿਰ ਖੋਹਾਇਨ ਭਰੀਨ ਹੱਥ ਸੁਆਹੀ। ਸੁਆਹ ਦੇ ਨਾਲ ਚੁਟਕੀਆਂ ਨੂੰ ਹੱਥਾਂ ਨੂੰ ਲਵੇੜ ਕੇ ਫਿਰ ਜਿਵੇਂ ਭੇਡ ਨੂੰ ਮੁੰਨਿਆ ਜਾਂਦਾ ਹੈ, ਆਪਣੇ ਸਿਰ ਦੇ ਸਾਰੇ ਵਾਲ ਪਟਾਉਂਦੇ ਆ। ਔਰ ਮਾਊ ਪੀਓ ਕਿਰਤ ਗਵਾਇਨ। ਬਾਬੇ ਨਾਨਕ ਨੇ ਸਾਨੂੰ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਪਰ ਇਹ ਘਰ-ਬਾਰ ਤਿਆਗ ਦਿੰਦੇ ਆ, ਮਾਂ ਪਿਓ ਦੀ ਕਿਰਤ ਵੀ ਛੱਡ ਦਿੰਦੇ ਆ, ਭਾਵ ਜਿਹੜਾ ਕੰਮ ਕਰਦੇ ਆ ਉਹ ਛੱਡ ਦਿੰਦੇ ਆ, ਤੇ ਫਿਰ ਮੰਗਣ ਚੱਲ ਪੈਂਦੇ ਨੇ, ਨੰਗੇ ਪੈਰੀ ਚੱਲਦੇ ਆ। ਇਹਦਾ ਵੀ ਕਾਰਨ ਇਹੀ ਹੈ ਕਿ ਪੈਰਾਂ ਥੱਲੇ ਆ ਕੇ ਕੋਈ ਕੀੜੀ ਕੀੜਾ ਜਾਨਵਰ ਵੀ ਸਾਥੋਂ ਮਾਰਿਆ ਨਾ ਜਾਵੇ। ਇਹ ਕਰਮਕਾਂਡ ਆ, ਇਹ ਪਖੰਡ ਆ ਗੁਰੂ ਪਿਆਰਿਓ। ਕਿਉਂਕਿ ਜੀਵਾਂ ਦਾ ਜਨਮ ਤੇ ਮੌਤ ਪਰਮੇਸ਼ਰ ਨੇ ਆਪਣੇ ਹੱਥ 'ਚ ਰੱਖਿਆ। ਹੀਲੇ ਰਿਜ਼ਕ, ਬਹਾਨਾ ਮੌਤ। ਕੋਈ ਨਾ ਕੋਈ ਬਹਾਨਾ ਤਾਂ ਮਰਦਾ ਹਰੇਕ ਦੇ ਮਰਨ ਦਾ, ਮਨੁੱਖਾਂ ਦਾ ਵੀ, ਪਸ਼ੂਆਂ ਦਾ ਵੀ, ਜੀਵ ਜੰਤੂਆਂ ਦਾ ਵੀ। ਫਿਰ ਉਹ 84 ਲੱਖ ਜੂਨਾਂ ਅੱਗੇ ਚਲੀਆਂ ਜਾਂਦੀਆਂ। ਆ ਮੀਂਹ ਪੈਂਦਾ ਸਾਉਣ ਦੇ ਮਹੀਨੇ 'ਚ,
ਜਿਨ੍ਹਾਂ ਜੀਵਾਂ ਦੀ ਕੇਵਲ ਘੰਟੇ 2 ਘੰਟਿਆਂ ਦੀ ਜੀਵਨ ਲੀਲਾ ਹੈ, ਆ ਪਤੰਗੇ ਜੇ ਲਾਈਟ ਤੇ ਆਉਂਦੇ ਆ ਇੱਕਦਮ ਨਿਕਲਦੇ ਆ ਤੇ ਥੋੜੇ ਸਮੇਂ ਬਾਅਦ ਹੀ ਉਹ ਮਰ ਜਾਂਦੇ ਆ, ਉੜਦੇ ਆ, ਬੜੇ ਭੱਜਦੇ ਆ। ਹੁਣ ਉਹਨਾਂ ਨੂੰ ਕਿਹੜਾ ਰੋਕੇਗਾ? ਉਹਨਾਂ ਦਾ ਜੀਵਨ ਹੀ ਉਹਨਾਂ ਕਾ ਕੋਈ ਸਤਿਨਾਮ ਸੀ। ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਥੇ ਸਮੇਤ, ਫੌਜਾਂ ਸਮੇਤ ਹਰਿਆਣੇ ਵਿੱਚੋਂ ਲੰਘ ਰਹੇ ਨੇ, ਪਾਣੀਪਤ ਦਾ ਇਲਾਕਾ, ਇਸ ਇਲਾਕੇ 'ਚੋਂ ਲੰਘ ਰਹੇ ਨੇ। ਇੱਕ ਨਗਰ 'ਚ ਗਏ, ਜਦੋਂ ਰਸਤੇ ਲੰਬੇ ਰਸਤੇ ਉੱਤੇ ਜੈਨੀਆਂ ਦਾ ਮੰਦਿਰ ਸੀਗਾ ਤੇ ਮੰਦਿਰ ਦੇ ਸਾਹਮਣੇ ਪਾਸੇ ਜਿਵੇਂ ਆਪਣੇ ਕਿਲੇ ਦੇ ਮੂਹਰੇ ਖਾਲੀ ਥਾਂ ਤੇ ਕਬੂਤਰ ਬਹਿੰਦੇ ਆ, ਇੱਕ ਪਲਾਨ ਜੇ ਵਿੱਚ ਸੜਕ ਦੇ ਉੱਤੇ, ਗਲੀ ਦੇ ਉੱਤੇ ਹੀ ਲੋਕ ਦਾਣੇ ਪਾਉਂਦੇ ਸੀ ਤੇ ਕਬੂਤਰ ਖਾਂਦੇ ਸੀਗੇ। ਜਦੋਂ ਫੌਜਾਂ ਸਮੇਤ ਗੁਰੂ ਸਾਹਿਬ ਉੱਥੋਂ ਲੰਘੇ, ਕਿਸੇ ਸਿੱਖ ਜਾਂ ਘੋੜੇ ਦੇ ਪੈਰ ਥੱਲੇ ਆ ਕੇ ਕਬੂਤਰ ਮਰ ਗਿਆ। ਕਹੋ ਸਤਿਨਾਮ ਸ੍ਰੀ। ਜਿਸ ਵੇਲੇ ਉਹ ਕਬੂਤਰ ਮਰ ਗਿਆ, ਫੌਜ ਲੰਘੀ, ਮਰਿਆ ਹੋਇਆ ਕਬੂਤਰ ਉੱਥੇ ਹੀ ਪਿਆ, ਬਾਕੀ ਉੱਡ ਗਏ ਸੀ। ਕਈ ਕਬੂਤਰ ਉੱਠਦੇ ਨਹੀਂ ਗਏ ਵੀ ਚੱਲ ਟੱਪ ਜਾਣਗੇ ਆਪੇ, ਉਹ ਕਈ ਵਾਰ ਥੱਲੇ ਆ ਜਾਂਦੇ ਆ, ਮਰ ਜਾਂਦੇ ਆ। ਜਦੋਂ ਮਰ ਗਿਆ, ਜੈਨੀਆਂ ਨੇ ਰੌਲਾ ਪਾਤਾ, ਹਾਏ ਹਾਏ ਪਾਪ ਕਰਤਾ, ਸਾਡੇ ਨਗਰ 'ਚ ਪਾਪ ਕਰਤਾ, ਪਾਪ ਕਰਤਾ। ਪਾਤਸ਼ਾਹ ਰੁਕ ਗਏ, ਕਹਿੰਦੇ ਕੀ ਹੋ ਗਿਆ? ਕਹਿੰਦੇ ਤੁਸੀਂ ਕਬੂਤਰ ਮਾਰਤਾ। ਪਾਤਸ਼ਾਹ ਕਹਿੰਦੇ ਇਹਦੀ ਆ ਗਈ ਹੋਊਗੀ, ਇਹਦਾ ਸਮਾਂ ਆ ਗਿਆ ਹੋਣਾ, ਮਰ ਗਿਆ, ਹੁਣ ਅਸੀਂ ਕਰੀਏ ਭਾਈ? ਕਹਿੰਦੇ ਨਹੀਂ, ਇਹ ਤਾਂ ਸਾਡੇ ਪਾਪ ਕਰਤਾ ਪਿੰਡ 'ਚ, ਇੱਥੇ ਤਾਂ ਸਾਡੇ ਜ਼ੁਲਮ ਹੋ ਜਾਊਗਾ, ਇਹ ਤਾਂ ਪਾਪ ਹੋ ਗਿਆ। ਪਾਤਸ਼ਾਹ ਕਹਿੰਦੇ ਜੇ ਮੈਂ ਮਾਰਾਂ ਤਾਂ ਸਾਰੇ ਮਰ ਜਾਣ। ਜਦੋਂ ਇੰਨੀ ਗੱਲ ਕਹੀ, ਸਾਰੇ ਟੇਢੇ ਡਿੱਗ ਪਏ, ਜਿੰਨੇ ਕਬੂਤਰ ਬੈਠੇ ਸੀਗੇ ਹੋਰ ਵੀ ਰੌਲਾ ਪਾਉਣ ਲੱਗੇ। ਕਹਿੰਦੇ ਮਰ ਜਾ, ਕੀ ਕਰਤਾ? ਤੇ ਸਾਰੇ ਮਾਰਤੇ। ਕਹਿੰਦੇ ਮਾਰਨ ਵਾਲਾ, ਬਚਾਉਣ ਵਾਲਾ ਪਰਮੇਸ਼ਰ ਹੈ। ਕਹਿੰਦੇ ਫਿਰ ਹੁਣ ਕੀ ਬਣੂ? ਇਹ ਤਾਂ ਸਾਰੇ ਮਰ ਗਏ। ਉਹ ਨਹੀਂ ਭਾਈ, ਜੇ ਮੈਂ ਮਾਰਾਂ, ਜਿਉਂਦੇ ਕਰਾਂ ਤਾਂ ਸਾਰੇ ਹੀ ਮਰ ਜਾਣ, ਉੱਡ ਜਾਣ। ਇੰਨੀ ਗੱਲ ਹੋਈ ਤੇ ਬਾਕੀ ਸਾਰੇ ਉੱਡ ਗਏ, ਪਰ ਉਹ ਮਰਿਆ ਹੋਇਆ ਨਹੀਂ ਉੱਠਿਆ। ਕੋਈ ਸਤਿਨਾਮ। ਦੇਖਿਆ, ਇਹਨੂੰ ਉਡਾਉਣ ਵਾਲਾ ਪਰਮੇਸ਼ਰ ਹੈ, ਜਵਾਉਣ ਵਾਲਾ ਪਰਮੇਸ਼ਰ ਹੈ, ਬਚਾਉਣ ਵਾਲਾ ਪਰਮੇਸ਼ਰ ਹੈ, ਤੇ ਇਹਨੂੰ ਮਾਰਨ ਵਾਲਾ ਵੀ ਪਰਮੇਸ਼ਰ ਹੈ। ਇਹ ਸਾਡੇ ਹੱਥ ਵਿੱਚ ਨਹੀਂ ਹੈ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਉੱਥੇ ਵੀ ਗਿਆਨ ਦਿੱਤਾ ਸੀ ਉਸ ਇਲਾਕੇ ਦੇ ਵਿੱਚ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਲੋਕਾਂ ਦੀ ਜਿਹੜੀ ਜੀਵਨ ਹੈ ਨਾ, ਮਰਦਾਨਿਆਂ, ਕਿਉਂਕਿ ਮਰਦਾਨਾ ਸਵਾਲ ਕਰਦਾ, ਬਾਬਾ ਜੀ ਜਵਾਬ ਦਿੰਦੇ ਆ, ਤੇ ਉਹਨਾਂ ਦੇ ਸਵਾਲ ਜਵਾਬ ਆਪਣੇ ਸਾਰਿਆਂ ਦੇ ਕੰਮ ਦੇ ਆ। ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਪਾਤਸ਼ਾਹ ਕਹਿੰਦੇ ਇਹ ਲੋਕ ਮਾਂ ਪਿਓ ਵਾਲੀ ਕਿਰਤ ਵੀ ਛੱਡ ਜਾਂਦੇ ਆ। ਨੇਕੀ ਕਰੋ, ਚੰਗੀ ਗੱਲ ਹੈ। ਜੀਵ ਹੱਤਿਆ, ਜੀਵ ਦੇ ਸਵਾਦਾਂ ਪਿੱਛੇ ਹੱਥ ਨਾਲ ਮਾਰਨਾ ਕਿਸੇ ਨੂੰ ਗਲਤ ਹੈ, ਪਰ ਜੇ ਕੁਦਰਤ ਮਾਰਦੀ ਹੈ ਉਹਨੂੰ ਕੋਈ ਬਚਾ ਨਹੀਂ ਸਕਦਾ। ਉਹਨਾਂ ਲੋਕਾਂ ਨੂੰ ਇਹ ਗਿਆਨ ਦਿੰਦੇ ਆ ਪਾਤਸ਼ਾਹ, ਮਾਊ ਪੀਊ ਕਿਰਤ ਗਵਾਨ ਟੱਬਰ ਰੋਵਣ ਧਾਹੀ। ਪਿੱਛੇ ਟੱਬਰ ਕਹਿੰਦੇ ਆ ਜਵਾਕਾਂ ਨੂੰ। ਮਾਰਵਾੜ ਦੇ ਵਿੱਚ ਆਪਾਂ ਇੱਥੇ ਟੱਬਰ ਘਰ ਵਾਲੀ ਨੂੰ ਕਹਿੰਦੇ ਆ, ਘਰ ਵਾਲੇ ਨੂੰ ਕਹਿੰਦੇ ਆ। ਮਾਰਵਾੜ ਦੇ ਇਲਾਕੇ 'ਚ ਟੱਬਰ ਬੱਚਿਆਂ ਨੂੰ ਕਹਿੰਦੇ ਆ। ਤੋ ਆਪਣੇ ਟੱਬਰਾਂ ਨੂੰ, ਭਾਵ ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਛੱਡ ਕੇ ਘਰੋਂ ਨਿਕਲ ਜਾਂਦੇ ਆ। ਉਹਨਾਂ ਨੂੰ ਸੰਭਾਲਦੇ ਨਹੀਂ। ਮਾਂ ਪਿਓ ਵਾਲੀ ਨੇ ਕਿਰਤ ਸੀ, ਉਹ ਛੱਡ ਜਾਂਦੇ ਆ। ਜਿਹੜਾ ਇਹਨਾਂ ਦਾ ਚੇਲਾ ਬਣ ਗਿਆ ਮੁੜ ਕੇ ਨਾਲ ਹੀ ਰਲ ਜਾਂਦਾ ਉਹਨਾਂ ਦੇ। ਤਾਂ ਹੋਰ ਕੀ ਕਰਦੇ ਆ? ਜਦੋਂ ਕੋਈ ਇਹਨਾਂ ਦਾ ਬੰਦਾ ਮਰ ਜਾਂਦਾ, ਮਰਦਾਨਿਆਂ, ਉਹ ਨਾ ਪਿੰਡ ਨ ਪੱਤਲ ਕਿਰਿਆ, ਨਾ ਦੀਵਾ ਮੋਏ ਕਥਾਉ ਪਾਹੀ। ਜਦੋਂ ਮਰ ਜਾਂਦਾ ਉਸ ਨੂੰ ਅੱਗ ਵਿੱਚ ਵੀ ਨਹੀਂ ਸਾੜਦੇ, ਦੱਬਦੇ ਨਹੀਂ। ਜਿੱਥੇ ਮਰ ਗਿਆ ਜੰਗਲ ਵਿੱਚ, ਉੱਥੇ ਛੱਡ ਜਾਂਦੇ ਆ। ਕਹੋ ਸਤਿਨਾਮ ਸੀ। ਇਹਨੂੰ ਜੀਵ ਖਾ ਲੈਣਗੇ। ਨੱਪਾਂ ਦੇ ਥੱਲੇ ਜੀਵ ਪੈਦਾ ਹੋਣਗੇ, ਧਰਤੀ ਦੇ ਵਿੱਚ ਉਹ ਮਰ ਜਾਣਗੇ। ਭਾਵ ਉਹਨਾਂ ਦੇ ਦਿਮਾਗ 'ਚ ਇਹ ਗੱਲ ਬਿਠਾਤੀ ਵੀ ਕਿਸੇ ਨੂੰ ਮਾਰਨਾ ਨਹੀਂ। ਚੰਗੀ ਗੱਲ ਹੈ, ਐਵੇਂ ਨਹੀਂ ਮਾਰਨਾ, ਪਰ ਜਿਹੜੇ ਕੁਦਰਤੀ ਮਰਨੇ ਆ, ਹੁਣ ਇੱਥੇ ਕੀੜੇ ਨਿਕਲਦੇ ਆ, ਸੰਗਤ ਜਾਂਦੀ ਆ, ਥੱਲੇ ਧਰਤੀ ਵੀ ਪੱਕੀ ਆ, ਫਰਸ਼ ਲੱਗਿਆ ਇੱਟਾਂ ਦਾ। ਹੁਣ ਕਿੱਥੇ ਕਿੱਥੇ ਪੈਰ ਧਰਾਂਗੇ, ਕਿੱਥੇ ਨਾ ਧਰਾਂਗੇ, ਜਿਹਦੀ ਆਈ ਆ ਉਹਨੇ ਮਰਨਾ ਹੀ ਆ। ਪਰ ਬਾਬਾ ਜੀ ਕਹਿੰਦੇ ਕੀ ਕਰਦੇ ਨੇ? ਉਹਨਾਂ ਪਿੰਡ ਨ ਪੱਤਲ ਕਿਰਿਆ, ਨਾ ਦੀਵਾ ਮੋਏ ਕਥਾਉ ਪਾਹੇ। ਭਾਵ ਨਾ ਇਹ ਤਾਂ ਹਿੰਦੂਆਂ ਵਾਲੀ ਮੱਤ ਮੰਨਦੇ ਆ, ਨਾ ਇਹ ਮੁਸਲਮਾਨਾਂ ਵਾਲੀ ਮੰਨਦੇ ਆ। ਇਹ ਦੋਨਾਂ ਮੱਤਾਂ 'ਚੋਂ ਬਾਹਰ।
भाव उस वे दो कैटागरियां सन, हिंदू मत ते मुसलमान मत। ये दोनों नूं नहीं मनते, दोनों तो बाहर आ। पिंड पत्तल किरिया ये हिंदू मत के लोग करते आ। मोए कथाऊ पाही, जदों कोई मर जाता है, जिथे मर जाता है उन्होंने उत्थे ही सिट जाते हैं, उन्होंने नाल नहीं लैके जाते, उन्होंने संभालते नहीं, उन्होंने नपते नहीं, कोई ओदा दीवा नहीं बालते, कोई ओदी क्रिया कर्म नहीं करते। इस तरह गुरु प्यारिओ ना ही हिंदुओं वाला कोई करतब करते हैं मरण तो बाद। 68 तीर्थ देन न ढोई, ब्राह्मण अन्न न खाई। तीर्थां दे नहीं जाते, जो नहाउणा ही नहीं फिर उत्थे लैण की जाना। ये जमुना नदी, गंगा नदी आदि तीर्थां नूं भी नहीं मनते लोग, मरदाने आ। 68 तीर्थ दे न ढोई, मानो इन्हां नूं तीर्थां ने भी त्यागया होया। ये अपने वड्डे नूं तीर्थंकर कहंदे आ भी साडा तां वड्डा जिहड़ा यही तीर्थ आ, असीं किसी नदी ते नहाउण वास्ते नहीं जाना। 68 तीर्थ देन न ढोई, ब्राह्मण अन्न न खाई। कहंदे इस रेवड़े तीर्थां उत्ते इशनान नहीं करते, ब्राह्मणां दे घर दा अन्न नहीं खांदे। भाव पवित्र अन्न नहीं खाते, जूठा मंग मंग खाही। ब्राह्मण तो भाव केवल वो ब्राह्मण नहीं जिसनों आपां समझदे हां, भाव ये सच्चा सुच्चा वधिया भोजन नहीं खा के राजी, ये जूठा ही खा के राजी है। ब्राह्मण अन्न न खाही, सदा कुचील रहे दिन राती, मत्थे टिक्के नाही। जिमें हिंदू मत वाले टिक्के लाउंदे आ, टिक्का भी नहीं लाउंदे। भाव ना हिंदू मत च ना मुसलमान मत च, मरदाने इन्हां दे कोई मत ही नहीं हैगी। इदां दा सुभाਅ आ इन्हां दा, गंदे रहिंदे आ, शनान नहीं करते, मत्थे ते ब्राह्मणां दे खत्रियां दी तरह कोई टिक्का नहीं लाउंदे, तिलक नहीं लाउंदे। ते जदों बहिंदे आ कोई सत्संग नहीं करते, कोई रब की गल नहीं करते, बस की करते आ झुंडी पायन बहन नित मरने, दड़दी वाण न जाई। ऐ बह जाते जिवें कोई मरिया हुंदा, कहो सतनाम श्री। आपां मरग ते जाने आ ना, थोड़ी बहुती गल करते हैं, उस तो बाद फिर सारे नीवियां जियां पा के बह जाते हैं, क्योंकि सोग मनाउण गए हैं उत्थे आपां। पर ये तो हमेशा ही सोग मनाई जाती है, कहते बस आई बैठे रहंदे आ, ना कोई रब की गल करते आ, ना कोई सत्संग करते आ, ना कोई दीवान विच जाते आ। ये इदां दा जीवन आ मरदाने आ इन्हां दा। उसे तरह ये लोग जिहड़े हन सदा कुचील रहे दिन राती, नहाउंदे नहीं गए, गिला कपड़ा करके बोच के माड़ा मोटा पिंडे ते फेरदे। अजकल दे तां पता नहीं, पर उस वेले दी हालत बाबे नानक ने लिखी आ, कहो सतनाम श्री। इदां दे हन मरदाने आ, ये ना नहाउंदे आ, ना तीर्थां दे जांदे आ, सत्संग विच नहीं जांदे, झुंडी झुंड बना के गल नहीं करते किसी नाल, मूँह ते पट्टियां बनिया होइयां ऐ बैठे रहंदे आ। दड़ दी वाण न जाही, किसे सत्संग विच किसे दीवान विच नहीं जाके बैठते, सत्संग नहीं करते। लक्की कासे हथी फुम्मण, अगों पिछी जाही। कासा भांडा, एक भांडा आपदे लक ते बन के रखते आ, उसे च ही खांदे आ। फुम्मण जिहड़ा रस्सियां दा झाड़ू जां नाल बन्निया हुंदा है, उहदे नाल गरदा झाड़दे आ पिंडे तो। नहाउणा नहीं ना, फिर जीव जंतु मर जाणगे जे नहा ले तां ਉਹ ਜਿਹੜਾ ਫੁੰਮਣ ਹੈ ਨਾਲ ਇਹਨਾਂ ਦੇ ਕੋਲੇ, ਉਹਨੂੰ ਫੁੰਮਣ ਕਹਿੰਦੇ ਆ। ਡੰਡੇ ਦੇ ਨਾਲ ਰੇਸ਼ਮ ਦੀਆਂ ਸੂਤ ਦੀਆਂ ਰੱਸੀਆਂ ਬੰਨ੍ਹ ਕੇ ਬਣਾਇਆ, ਉਹ ਫੁੰਮਣ ਨੂੰ ਹੀ ਪਿੰਡੇ ਤੇ ਮਾਰ ਕੇ, ਮੂੰਹ ਤੇ ਮਾਰ ਕੇ ਰੇਤਾ ਜਾਂ ਝਾੜ ਲੈਂਦੇ ਆ, ਪਰ ਨਹਾਉਂਦੇ ਨਹੀਂ ਮਰਦਾਨਿਆਂ। ਇਹ ਨਹਾਉਣਾ ਜ਼ਰੂਰ ਚਾਹੀਦਾ ਬੰਦੇ ਨੂੰ। ਅੱਗੇ ਦੱਸਣਗੇ ਵੀ ਨਹਾਉਣ ਦਾ ਕੀ ਕਾਰਨ ਹੈ। ਲੱਕੀ ਕਾਸੇ ਹੱਥੀ ਫੁੰਮਣ ਤੇ ਜੋ ਤੁਰਦੇ ਨੇ ਇਹ
जिथे मूहरले ने पैर रख ली ਉਹਦੀ पैर 'ਚ ही पैर रख के तुरना है, नवें थां पैर नहीं रखनी। ਉਹ ਜਿਹੜੇ ਪਹਿਲੇ ਤੋਂ मर गए ਹੁਣ ਆਪਾਂ ਉਹਦੇ ਉੱਤੇ पैर रखी चलो, पासे पैर रख के होर ना मारो, कहो सतनाम सी। इन्हां दा हिस्सा जीवन है मरदानिया। लक्की कासे हाथी फुम्मण अगों पिछी जाही, ऐ खिड़के नहीं जाते, लाइन च चलते आ, इक्को पैर ते ही पैर रखते आ, नवें थां पैर नहीं करते। मरदानिया इन्हां नूं मैं की दसां भी कौन है ये, कौन है महाराज? कुछ भी नहीं, ना होए जोगी ना होए जंगम, ना ही जोगियां विच आउंदे आ गोरखनाथ दे चेले, जंगम हुंदे आ शिव जी दे चेले, ना ही उन्हां दी कैटागरी च आउंदे आ, ना ही गोरख दे चेले, ना शिव नूं मन्नण वाले, ना मंदिरां नूं मन्नण वाले, ना होए काजी मुल्ला, ना ही मुसलमानां दी कैटागरी च आउंदे आ। इन्हां दा कोई धर्म ही नहीं लगदा मरदानिया, बस इदां दी मनमत जी आ इन्हां दी। ਇਹ ਸ਼ਬਦ ਸਤਿਗੁਰੂ ਨਾਨਕ ਦੇਵ ਜੀ ਨੇ ਮੁਨਾਫਕ ਦੇਸ਼ ਦੇ ਵਿੱਚ ਸਾਰੇ ਰਾਜਾ ਰਾਜੇ ਦੀ ਜਨਤਾ ਬੈਠੇ ਨੇ, ਸਰੇਵੜਾ ਗੁੱਸੇ 'ਚ ਆ ਕੇ ਚਲਿਆ ਗਿਆ ਵੀ ਮੇਰੀ ਜਨਤਾ ਮੇਰੇ ਨਾਲ ਤੋੜਤੀ, ਪਰ ਪਾਤਸ਼ਾਹ ਤਾਂ ਜੋੜਨ ਗਏ ਆ, ਤੋੜਨ ਨਹੀਂ ਗਏ। ਸੱਚ ਨਾਲ ਜੋੜਨੇ ਆ, ਝੂਠ ਦੇ ਭਾਂਡੇ ਭੰਨਣੇ ਆ। ਮਕਸਦ ਹੀ ਇਹੀ ਹੈ ਚਾਰ ਉਦਾਸੀਆਂ ਲਾਉਣ ਦਾ। ਨਾ ਹੋਏ ਕਾਜੀ ਨਾ ਹੋਏ ਮੁੱਲਾ, ਕਹਿਣ ਲੱਗੇ ਨਾ ਇਹ ਕਾਜੀ ਭਾ ਮੁਸਲਮਾਨੀ ਮਤ ਨੂੰ ਸ਼ਰ੍ਹਾ ਨੂੰ ਮੰਨਣ ਵਾਲੇ ਆ, ਨਾ ਮਸੀਤਾਂ ਵਿੱਚ ਪੜ੍ਹਨ ਪੜ੍ਹਾਉਣ ਵਾਲੇ ਮੁੱਲੇ ਵਿਦਵਾਨ ਵੀ ਨਹੀਂ ਇਹ। ਫਿਰ ਮਹਾਰਾਜ ਕੀ ਕਾਰਨ ਕੀ ਹੈ? ਕਹਿਣ ਲੱਗੇ ਅਸਲ ਵਿੱਚ ਦਇਆ ਵਿਗੋਏ ਫਿਰੈ ਬਿਗੁੱਤੇ, ਇਹ ਰੱਬ ਨੇ ਵਿਛੋੜੇ ਹੋਏ ਆ। ਇਹ ਰੱਬ ਦੀ ਗੱਲ ਹੀ ਨਹੀਂ ਜਾਣਦੇ, ਰੱਬ ਦੀ ਗੱਲ ਨਹੀਂ ਕਰਦੇ। ਇਸ ਕਰਕੇ ਗੁਰੂ ਪਿਆਰਿਓ ਪਾਤਸ਼ਾਹ ਜੀ ਕਹਿੰਦੇ ਇਹ ਪਰਮੇਸ਼ਰ ਤੋਂ ਵਿਛੜੇ ਹੋਏ, ਭਟਕੇ ਹੋਏ, ਭੁੱਲੇ ਹੋਏ ਹਨ। ਦਇਆ ਬਿਗੋਏ ਫਿਰੈ ਬਿਗੁੱਤੇ, ਇਹ ਗੁਰੂ ਪਿਆਰਿਓ ਵਿਛੜੇ ਹੋਏ, ਪਰਮੇਸ਼ਰ ਤੋਂ ਧਰਕਾਰੇ ਹੋਏ, ਫਟਕਾਰੇ ਹੋਏ ਤੁਰੇ ਫਿਰਦੇ ਹਨ। ਇਹ ਕਿਸੇ ਦੀ ਗੱਲ ਸੁਣਨ ਨੂੰ ਯਾਦ ਨਹੀਂ। ਹੁਣ ਉਹਨਾਂ ਦੀ ਜਿਹੜੀ ਅਸਲ ਗੱਲ ਸੀ, ਸਾਰੇ ਦਿਮਾਗ ਦੇ ਵਿੱਚ ਵੀ ਕੋਈ ਜੀਵ ਨਹੀਂ ਮਾਰਨਾ ਸੀ। ਮੂੰਹ 'ਤੇ ਪੱਟੀ ਬੰਨ੍ਹ ਲਈ, ਪੈਰੋਂ ਨੰਗੇ ਚੱਲਦੇ ਆ, ਸਿਰ 'ਤੇ ਸਰੀਰ 'ਤੇ ਪਾਣੀ ਪਾ ਕੇ ਨਹਾਉਂਦੇ ਨਹੀਂ, ਸਿਰ ਦੇ ਕੇਸ ਪਟਾ ਦਿੱਤੇ ਆ। ਹੁਣ ਜੇ ਤਾਂ ਉਹ ਕੈਂਚੀ ਨਾਲ ਕਟਾਉਣ ਤਾਂ ਫਿਰ ਬਾਰ-ਬਾਰ ਕਟਾਉਣ ਜਾਣਾ ਪਊਗਾ, ਉਹ ਜੜੀ ਪੱਟ ਦਿੰਦੇ ਆ ਵੀ ਉਗਰੇ ਹੀ ਨਾ ਮੁੜ ਕੇ, ਕਹੋ ਸਤਨਾਮ। ਇਸ ਕਰਕੇ ਪੱਟ ਹੀ ਦਿੰਦੇ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਰਦਾਨਿਆ ਇਹ ਲੋਕ ਇੱਕ ਖਿਆਲ ਕਰਦੇ ਆ ਕਿ ਸਾਥੋਂ ਜੀਵ ਹੱਤਿਆ ਨਾ ਹੋ ਜੇ, ਪਾਪ ਨਹੀਂ ਕਰਨਾ। ਹੁਣ ਇੱਕ ਪਾਸੇ ਉਹ ਰੰਗਜੇਬ ਜ਼ੁਲਮ ਕਰ ਰਿਹਾ ਹੈ, ਹਿੰਦੁਸਤਾਨ ਦੇ ਲੋਕਾਂ ਨੂੰ, ਭਾਰਤ ਦੇ ਲੋਕਾਂ ਨੂੰ ਮਾਰ ਰਿਹਾ, ਜਾਂ ਮੁਸਲਮਾਨ ਬਣੋ ਜਾਂ ਮਰ ਜਾਓ। ਹੁਣ ਜੇ ਉਹਦੇ ਖਿਲਾਫ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਨਾ ਦਿੰਦੇ, ਉਹਨੂੰ ਜਾ ਕੇ ਨਾ ਵਰਜਦੇ ਵੀ ਤੂੰ ਗਲਤ ਕਰ ਰਿਹਾ ਹੈ, ਫਿਰ ਤਾਂ ਉਹ ਪਾਪ ਰੁਕਣਾ ਹੀ ਨਹੀਂ ਸੀਗਾ, ਕਹੋ ਸਤਨਾਮ ਸੀ। ਉੱਥੇ ਜਾ ਕੇ ਉਹਨੂੰ ਵਰਜਿਆ, ਉਹ ਨਹੀਂ ਰੁਕਿਆ, ਉਹਨੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ। ਉਹਨੇ ਆਪਣੇ ਭਰਾ ਜੋ ਰੱਬ ਦੇ ਰਾਹ ਨੂੰ ਮੰਨਣ ਵਾਲਾ ਸੀ ਦਾਰਾ ਸ਼ਕੋ, ਉਹਨੂੰ ਵੀ ਮਰਵਾ ਦਿੱਤਾ, ਆਪਣੇ ਪਿਓ ਨੂੰ ਵੀ ਮਰਵਾ ਦਿੱਤਾ। ਇਹੋ ਜਿਹੇ ਜ਼ਾਲਮ ਨੂੰ ਤਾਂ ਮਾਰਨਾ ਹੀ ਚਾਹੀਦਾ, ਕਹੋ ਸਤਨਾਮ ਸੀ। ਜਿਹੜਾ ਐਵੇਂ ਜੀਵਾਂ ਨੂੰ ਮਾਰੀ ਜਾਂਦਾ ਫਿਰ ਉਹਨੂੰ ਮਾਰਨਾ ਚਾਹੀਦਾ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੇ ਖਿਲਾਫ ਤਲਵਾਰ ਚੱਕੀ, ਫਿਰ ਉਹਨਾਂ ਦੇ ਜ਼ੁਲਮ ਦੇ ਰਾਜ ਨੂੰ ਖਤਮ ਕੀਤਾ। ਹੁਣ ਇੱਥੇ ਇਹ ਥੋੜ੍ਹਾ ਹੀ ਆ ਵੀ ਸਿਰ ਨਵਾ ਦਿਓ, ਲਓ ਜੀ ਵੱਢ ਦਿਓ ਧੌਣ, ਅਸੀਂ ਤਾਂ ਪਾਪ ਨਹੀਂ ਕਰਨਾ, ਤੁਸੀਂ ਕਰ ਲਓ, ਤੁਹਾਨੂੰ ਲੱਗੂਗਾ ਪਾਪ। ਇਹ ਲੋਕਾਂ ਨੂੰ ਪਾਪ ਪੁੰਨ ਦੇ ਚੱਕਰਾਂ ਵਿੱਚ ਵੀ ਬ੍ਰਾਹਮਣਾਂ ਨੇ ਪਾਇਆ, ਇਹ ਪਾਪ ਪੁੰਨ ਦੇ ਚੱਕਰਾਂ ਵਿੱਚ ਪਾਇਆ। ਤੇ ਜਿਹੜਾ ਭਾਰਤ ਵਰਸ਼ ਦਾ ਛਤਰੀ ਸੀ, ਖੱਤਰੀ ਸੀ, ਉਹਨੇ ਸ਼ਸਤਰ ਛੱਡਤਾ। ਇਹ ਜੈਨੀਆਂ ਦੇ ਪ੍ਰਚਾਰ ਦੇ ਸਦਕਾ, ਇਹਨਾਂ ਦੇ ਪ੍ਰਚਾਰ ਦੇ ਸਦਕਾ, ਬ੍ਰਾਹਮਣਾਂ ਦੇ ਐਸੇ ਪ੍ਰਚਾਰ ਦੇ ਸਦਕਾ, ਪਾਪ ਪੁੰਨ ਨਰਕ ਸੁਰਗ ਦੇ ਸਦਕਾ, ਇਸ ਪ੍ਰਚਾਰ ਦੇ ਸਦਕਾ ਭਾਰਤ ਵਰਸ਼ ਦੇ ਲੋਕਾਂ ਨੇ ਸ਼ਸਤਰ ਤਿਆਗਤਾ। ਜਦੋਂ ਭਾਰਤ ਦੇ ਲੋਕਾਂ ਨੇ ਸ਼ਸਤਰ ਤਿਆਗਤਾ ਤੇ ਫਿਰ ਕੀ ਹੋਇਆ?
मुगलों ने आके इत्थे हमला किया, मुगलों ने राज कर लिया, बाहरलियां शक्तियां इत्थे आईयां ते लोकां नूं गुलाम बना लिया। कहो सतनाम सी। ये तो धन गुरु गोबिंद सिंह जी ने किरपा की आ, सानू उन्हां गुलामियां चों कढिया। इन्हां दी गल करिए आपां, सतगुरां ने सानू पाप पुण तो बाहर कढिया। और सतगुरां नहीं, उस तो पहलां भगतां ने भी इस विषय ते बहुत आवाज़ उठाई। कबीर साहब जी का वचन है, नरक सुरग हम दो राधे। हुण गुरु प्यारो, कई बारी बंदा लाटरी पाउंदा कि मैं 100 रुपया लावां तो मैनूं लाख करोड़ निकल आवेगा। सुख लैण दी इच्छा है ना, बस यही नरक सुरग है। सुख लैण वास्ते बंदा पता नहीं किन्ने दुख चलदा। कबीर साहब जी कहते, नरक सुरग हम दो राधे, हम काहू की काह न करते अपने गुर प्रसादे। जिहड़ा मैनू मेरे गुरु रामानंद ने ज्ञान दिता, मैं उहदे मुताबक चलूँगा। ब्राह्मणा, मैनू ना तेरे नरक की डर है, ना तेरे स्वर्ग की लोड़ है। ब्राह्मण कहंदा जिहड़ा काशी विच मरूगा ओहो ही सचखंड नूं स्वर्गां नूं जाऊगा। कबीर साहब सोचा भी ये भी कंडा कढीए, ये भी भरम कढीए दुनिया का। थोड़ी दूरी ते एक धरती आ मगहर दी, जे कोई उत्थे जाके मरिया तो गधा बनूगा। जिहड़ा काशी विच मरूगा, जिहदे फुल गंगा विच पै गए, ओदी मुक्ति होगी, वो स्वर्गां नूं जाऊगा। कबीर साहब जी अपने आखिरी समय दुनिया का यह भरम कढ़ण वास्ते एक जुगत बनाउंदे आ। कहंदे चल मित्रो समान लदो, क्यों आपां काशी छड्डणी आ, इलाका छड्डना है। कहंदे क्यों, कित्थे जावांगे? ओ मगहर दी भूमि च। महाराज उत्थे जाके बंदा गधा बनदा मर के, आपां नहीं जांदे। कहंदे उत्थे ही जाना है, यही तो भरम कढ़ना है। फिर साडे नाम च की पावर है जे बंदा उत्थे मर के गधा बनूगा? कहो सतनाम। फिर तो नाम छोटा हो गया ना। मैं नहीं मनदा ये गल नूं, मैं तो उत्थे ही जाके मरूंगा। सगल जन्म शिवपुरी गवाया, शिवपुरी काशी नूं कहंदे आ। सगल जन्म शिवपुरी गवाया, मरती बार मगहर उठ आया। काशी मगहर सम विचारी। जे नाम ने सानू दुखों चों नरकों चों ना कढ़िया, फिर तां बाणा दी गल चंगी हो गई भी गंगा दा पानी मुक्त करूगा, फिर तां छड्डो सब कुछ। पर नहीं, कबीर साहब ने भरम कढ़ण वास्ते जान बुझ के इत्थों समान चक्या। बनारस के इलाके चो काशी का इलाका है सारा, तो जान बुझ के मगहर भूमि जाके बसों की ते लोगों का भरम निकल गया। यार एडा वड्डा भगत उत्थे जाके मरिया जान बुझ के, यदा मतलब आप गधे नहीं बनते। फिर वो दुनिया विच बसों हुई उस इलाके च। कहो सतनाम। नहीं तो भूमि बंजर हो गई सी, वो धरती बंजर करती सी। बाबा जी कहंदे, जियां मार जिवालै सोई अवर न कोई रखै, ना कोई मारन वाला ना कोई जिउंदे करन वाला है। पर ए मूर्ख दानों ते इशनानों वंजे, वंजे खाली रह गए। दुनिया च रह के इशनान नहीं करते, दान पुण्य नहीं करते, भजन बंदगी नहीं करते, सिमरन नहीं करते। इंदा दा हाल तो मरदानिया इन्हां दा। अद्धा शब्द संपूर्ण होया, अद्धा बाकी है। अगले अद्धे शब्द च बाबा जी फिर इशनान करन दा पानी का महत्व दसदे आ। पानी का कितना महत्व है। आपां मुर्दे नूं भी नवा के संस्कार करते हैं, मचाई देना, नवाउण की की लोड़ है? जिवें मरिया उवें लिजा के पा दिओ लकड़ां च। पर इहदे पिछे भी कोई लॉजिक है जो गुरु नानक पातशाह अगे दसदे न। पानी बिचों रतने उपन्ने मेर किया माधानी, 68 तीर्थ देवी थापे पुरबी लागे बाणी। ये विचार आपां कल नूं सरवण करांगे। हुण समा समाप्ति ते है, इत्थे रोकण दी आग्या बख्शो। बोलदिआं ने आखर बाद घाट हो जांदे। सिख संगतां ते सतगुरु बख्शण जोग है, बख्श लैना जी। समाप्ति करिए। मिलाओ फतेह पाओ फतेह। वाहिगुरू जी का खालसा, वाहिगुरू जी की फतेह। वाहिगुरू।